ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 2 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415 909 0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਹੁਣ ਲੇਟੈਸਟ ਖਬਰ ਇਹ ਆ ਰਹੀ ਆ ਵੀ ਈਰਾਨ ਨੇ ਯੂਐਸ ਦੀ ਜਿਹੜੀ ਅੰਬੈਸੀ ਆ ਸਾਊਦੀ ਅਰੇਬੀਆ ਉਹਦੇ ਉੱਤੇ ਡਰੋਨਸ ਦੇ ਨਾਲ ਹਮਲਾ ਕੀਤਾ ਹੈਗਾ। ਹਾਲਾਂਕਿ ਉੱਥੇ ਦਾ ਜਿਹੜਾ ਇੱਕ ਫੋਰਨ ਮਿਨਿਸਟਰ ਆ ਉਹ ਕਹਿ ਰਿਹਾ ਸੀ ਵੀ ਜਿਸ ਹਿਸਾਬ ਦੇ ਨਾਲ ਅਮਰੀਕਾ ਕਹਿ ਰਿਹਾ ਆ ਵੀ ਅਸੀਂ ਨੈਗੋਸ਼ੀਏਸ਼ਨ ਲਈ ਤਿਆਰ ਆ, ਉਹ ਕਹਿੰਦਾ ਵੀ ਹੁਣ ਨੈਗੋਸ਼ੀਏਸ਼ਨ ਦਾ ਵਕਤ ਲੰਘ ਗਿਆ, ਹੁਣ ਅਸੀਂ ਕਿਸੇ ਤਰ੍ਹਾਂ ਦੀ ਨੈਗੋਸ਼ੀਏਸ਼ਨ ਨਹੀਂ ਕਰਨਾ ਚਾਹੁੰਦੇ ਹੈਗੇ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਇਹ ਮੇਜਰ ਕੰਬੈਟ ਆਪਰੇਸ਼ਨ ਆ ਤੇ ਅੱਜ ਉਹਨਾਂ ਨੇ ਜਿਹੜਾ ਆ ਅਨਾਉਂਸ ਵੀ ਕੀਤਾ। ਇਹ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਇਹ 4 ਤੋਂ 6 ਵੀਕ ਤੱਕ ਵੀ ਜੋ ਸਮਾਂ ਆ ਉਹ ਲੱਗ ਸਕਦਾ। ਹੁਣ ਤੱਕ 5 ਫੌਜੀਆਂ ਦੀ ਅਮਰੀਕਨਸ ਦੀ 6 ਹੋ ਗਏ, 6 ਯੂਐਸ ਸਰਵਿਸ ਮੈਂਬਰ ਦੀ ਮੌਤ ਹੋ ਚੁੱਕੀ ਹੈਗੀ ਆ ਤੇ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਇਹ ਮੌਤਾਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈਗੀ ਆ। ਦੂਸਰੇ ਪਾਸੇ ਇਜ਼ਰਾਈਲ ਤੇ ਜਿਹੜਾ ਹਿਜ਼ਬੁੱਲਾ ਆ ਉਹਨਾਂ ਦੇ ਵਿਚਾਲੇ ਵੀ ਜਿਹੜੀ ਆ ਇੱਕ ਦੂਜੇ ਦੇ ਉੱਤੇ ਫਾਇਰਿੰਗ ਚੱਲ ਰਹੀ ਹੈਗੀ ਆ। ਸੋ ਰੂਬੀ ਉਹਨਾਂ ਨੇ ਕਿਹਾ ਵੀ ਇਜ਼ਰਾਈਲ ਦੇ ਜਿਹੜੇ ਐਕਸ਼ਨ ਸੀਗੇ ਉਹ ਸਾਨੂੰ ਪਤਾ ਸੀ, ਇਸੇ ਕਰਕੇ ਸਾਨੂੰ ਜਿਹੜਾ ਵਿੱਚ ਆ ਇਨਵੋਲਵ ਹੋਣਾ ਪਿਆ ਹੈਗਾ ਆ। ਸੋ 14 ਦੇ ਕਰੀਬ ਜਿਹੜੇ ਮਿਡਲ ਈਸਟਰਨ ਕੰਟਰੀਜ਼ ਆ, ਅਮਰੀਕਾ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਨਾਲ ਰਲ ਕੇ ਜਿਹੜਾ ਈਰਾਨ ਦਾ ਮੁਕਾਬਲਾ ਕਰੋ, ਕਿਉਂਕਿ ਇਸ ਵਾਰ ਈਰਾਨ ਨੇ ਉਹਨਾਂ ਮੁਲਕਾਂ ਦੇ ਉੱਤੇ ਵੀ ਜਿਹੜਾ ਹਮਲਾ ਕੀਤਾ ਆ। ਕਹਿੰਦੇ ਵੀ ਅਮਰੀਕਾ ਦੇ ਬੇਸਿਸ ਜਿਹੜੇ ਆ ਉਹ ਇਹਨਾਂ ਮੁਲਕਾਂ ਦੇ ਵਿੱਚ ਹੈਗੇ ਆ। ਤੇ ਦੂਸਰੇ ਪਾਸੇ ਅੱਜ ਟਰੰਪ ਹੋਣਾ ਨੇ ਵਾਰ ਪਾਵਰ ਰੈਜ਼ੋਲੂਸ਼ਨ ਨੋਟੀਫਿਕੇਸ਼ਨ ਕਾਂਗਰਸ ਨੂੰ ਸਬਮਿਟ ਕੀਤਾ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਸੋ ਕਾਫੀ ਅਪਡੇਟਸ ਜਿਹੜੀਆਂ ਇਸ ਬਾਬਤ ਆ ਰਹੀਆਂ ਹੈਗੀਆਂ ਆ। ਮਾਰਕੋ ਰੂਬੀਓ ਹੋਣਾ ਨੇ ਤਾਂ ਬੇਸਿਕਲੀ ਇਹ ਕਹਿ ਦਿੱਤਾ ਵੀ ਇਜ਼ਰਾਈਲ ਨੇ ਸਾਡੇ ਕੋਲ ਬਾਂਹ ਮਰੋੜ ਕੇ ਹਮਲਾ ਕਰਵਾਤਾ ਈਰਾਨ ਤੇ, ਜਿਹੜਾ ਉਹਨਾਂ ਦਾ ਬਿਆਨ ਸੀਗਾ। ਸੋ ਕੀ ਅਮਰੀਕਾ ਦੀ ਆਪਣੇ ਆਪ ਨੂੰ ਜੋ ਸਰਪੰਚ ਖਵਾਉਂਦਾ ਅਸੀਂ ਜੀ ਸੁਪਰ ਪਾਵਰ ਆ ਤੇ ਇਦਾਂ ਆ, ਇੱਕ ਛੋਟਾ ਜਿਹਾ ਮੁਲਕ ਇਜ਼ਰਾਈਲ ਇੰਨਾ ਕੰਟਰੋਲ ਤੁਹਾਡੇ ਉੱਤੇ ਕਰ ਰਿਹਾ। ਮਾਰਕੋ ਰੂਬੀਓ ਹੋਣਾ ਦਾ ਬਿਆਨ ਬੜਾ ਧਿਆਨ ਤੇ ਗੌਰ ਮੰਗਣ ਵਾਲਾ ਆ, ਕਿਉਂਕਿ ਉਹਨਾਂ ਨੇ ਇਹ ਕਿਹਾ ਵੀ ਕਹਿੰਦੇ ਵੀ ਸਾਨੂੰ ਪਤਾ ਸੀ ਇਜ਼ਰਾਈਲ ਨੇ ਹਮਲਾ ਕਰ ਦੇਣਾ ਆ ਈਰਾਨ ਦੇ ਉੱਤੇ, ਤੇ ਉਹਨਾਂ ਨੇ ਇਹ ਕਿਹਾ ਸੀਗਾ ਵੀ ਤੁਸੀਂ ਸਾਡਾ ਸਾਥ ਦਿਓ ਨਾ ਦਿਓ, ਅਸੀਂ ਤਾਂ ਲੱਗੇ ਆ ਤੁਹਾਡੇ ਤੇ ਹਮਲਾ ਕਰਦੇ ਈਰਾਨ ਦੇ ਉੱਤੇ। ਤੇ ਕਹਿੰਦੇ ਵੀ ਈਰਾਨ ਨੇ ਫਿਰ ਜਵਾਬੀ ਕਾਰਵਾਈ ਦੇ ਵਿੱਚ ਅਮਰੀਕਾ ਦੇ ਉੱਤੇ ਹਮਲਾ ਕਰਨਾ ਸੀਗਾ, ਤੇ ਫਿਰ ਉਹਦੇ ਕਰਕੇ ਅਸੀਂ ਪਹਿਲਾਂ ਹੀ ਜਿਹੜਾ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ। ਸੋ ਜਿਹੜਾ ਬੈਂਜਾਮਿਨ ਨੇਤਨਯਾਹੂ ਆ ਹਰਜੋਤ ਸਿੰਘ ਜੀ, ਬੇਸਿਕਲੀ ਉਸ ਨੇ ਟਰੰਪ ਹੁਣਾਂ ਨੂੰ ਜਾਂ ਟਰੰਪ ਪ੍ਰਸ਼ਾਸਨ ਨੂੰ, ਮੌਜੂਦਾ ਸਰਕਾਰ ਨੂੰ ਬਿਲਕੁਲ ਆਪਣੇ ਹੱਥਾਂ ਦੇ ਵਿੱਚ ਜਿਹੜਾ ਉਹ ਖਿਡਾਇਆ ਹੈਗਾ ਆ। ਉਧਰ ਸਾਊਦੀ ਅਰੇਬੀਆ ਤੋਂ ਤੇ ਹੋਰ ਮਿਡਲ ਈਸਟ ਦੇ ਮੁਲਕਾਂ ਤੋਂ ਇਹ ਰਿਪੋਰਟਸ ਆ ਰਹੀਆਂ ਵੀ ਉਹਨਾਂ ਮੁਲਕਾਂ ਨੇ ਕਈ ਮਸਾਦ ਦੇ ਏਜੰਟ ਉਹਨਾਂ ਨੂੰ ਗ੍ਰਿਫਤਾਰ ਕੀਤਾ ਆ। ਇਹ ਉਹਨਾਂ ਨੇ ਜਿਹੜੀ ਜਾਂਚ ਦੇ ਵਿੱਚ ਇਹ ਦੱਸਿਆ ਜਾ ਰਿਹਾ ਆ ਵੀ ਉਹਨਾਂ ਤੋਂ ਇਹ ਖਦਸ਼ਾ ਸੀ ਵੀ ਉਹਨਾਂ ਨੇ ਉੱਥੇ ਬੌਂਬਿੰਗ ਜਿਹੜੀ ਉਹ ਕਰਨੀ ਆ, ਤੇ ਬੇਸਿਕਲੀ ਨਾ ਸ਼ਾਇਦ ਈਰਾਨ ਵਾਲਿਆਂ ਦਾ ਜਿਹੜਾ ਉਹ ਲਾਉਣਾ ਹੋਊਗਾ। ਸੋ ਇਹ ਹੁਣ ਰਿਆਦ ਦੇ ਵਿੱਚ ਜਿਹੜੀ ਅੰਬੈਸੀ ਦੇ ਉੱਤੇ ਹਮਲਾ ਹੋਇਆ, ਡਰੋਨ ਅਟੈਕ ਕਹਿੰਦੇ ਵੀ ਹੋਇਆ ਆ। ਸੋ ਕਾਫੀ ਵੱਡਾ ਜਿਹੜਾ ਉੱਥੇ ਧਮਾਕਾ ਦੇਖਿਆ ਗਿਆ, ਸੁਣਿਆ ਗਿਆ ਆ। ਤੇ ਹੁਣ ਇਹਦੇ ਵਿੱਚ ਕੀ ਹੋਰ ਐਂਗਲ ਹੈਗਾ ਵੀ ਈਰਾਨ ਨੇ ਕੀਤਾ, ਕਿਹਾ ਤੇ ਈਰਾਨ ਦਾ ਨਾਮ ਲਾਇਆ ਜਾ ਰਿਹਾ ਆ। ਸੋ ਸਾਊਦੀ ਅਰੇਬੀਆ ਦੀ ਜਿਹੜੀ ਕੈਪੀਟਲ ਆ ਰਿਆਦ, ਉੱਥੇ ਯੂਐਸ ਦੀ ਅੰਬੈਸੀ ਦੇ ਵਿੱਚ ਇਹ ਜਿਹੜਾ ਡਰੋਨ ਹਮਲੇ ਦੀ ਗੱਲ ਜਿਹੜੀ ਹਰਜੋਤ ਸਿੰਘ ਜੀ ਸਾਹਮਣੇ ਜਿਹੜੀ ਉਹ ਆ ਰਹੀ ਹੈਗੀ ਆ। ਸੋ ਇਹ ਚੀਜ਼ਾਂ ਜਿਹੜੀਆਂ ਹੁਣ ਆਪਣੇ ਸਾਹਮਣੇ ਆ, ਅਮਰੀਕਾ ਵਾਲਿਆਂ ਨੂੰ ਦੇਖਣਾ ਪੈਣਾ ਹੈ। 60% ਤੋਂ ਵੱਧ ਅਮਰੀਕਨ ਹਰਜੋਤ ਸਿੰਘ ਜੀ ਇਸ ਵਾਰ ਦੇ, ਇਸ ਲੜਾਈ ਦੇ, ਇਸ ਜਿਹੜੀ ਬੋਮਿੰਗ ਦੇ ਉਲਟ ਆ। ਮਹਿਜ 20 ਤੋਂ 27% ਜਿਹੜੇ ਲੋਕ ਆ ਉਹ ਈਰਾਨ ਦੇ ਉੱਤੇ ਜਿਹੜੀ ਬੋਮਿੰਗ ਕੀਤੀ ਆ, ਨਵੇਂ ਜਿਹੜੇ ਆ ਰਹੇ ਸਰਵੇਜ਼ ਆ ਉਹਦੇ ਵਿੱਚ ਉਹ ਦੱਸ ਰਹੇ ਆ ਵੀ ਉਹ ਇਸ ਦਾ ਸਮਰਥਨ ਜਿਹੜਾ ਉਹ ਕਰ ਰਹੇ ਆ। ਸੋ ਮੈਜੋਰਟੀ ਅਮਰੀਕਨਸ ਇਸ ਦੇ ਉਲਟ ਜਿਹੜੀ ਉਹ ਭਾਵਨਾ ਰੱਖੇ ਹੈਗੀ ਆ ਵੀ ਲੜਾਈ ਇਹਨਾਂ ਨੂੰ
ਨਹੀਂ ਸੀ ਜਿਹੜੀ ਉਹ ਕਰਨੀ ਚਾਹੀਦੀ। ਸੋ ਕਿਵੇਂ ਸਿਚੁਏਸ਼ਨ ਜਿਹੜੀ ਉਹ ਬਣੂਗੀ। ਇਰਾਨ ਵਾਲੇ ਕਹਿ ਰਹੇ ਆ ਵੀ ਅਸੀਂ ਜਿਹੜੇ ਅਮਰੀਕਾ ਦੇ ਮਿਲਟਰੀ ਐਸੈਟਸ, 에ਅਰ ਬੇਸਿਸ ਜਾਂ ਮਿਲਟਰੀ ਬੇਸਿਸ ਜਾਂ ਮਿਲਟਰੀ ਜਿਹੜੇ ਕਹਿ ਲਓ ਵੀ ਉਹ ਟਿਕਾਣਿਆਂ ਦੇ ਉੱਤੇ ਜਿਹੜਾ ਹਮਲਾ ਕਰਾਂਗੇ। ਸੋ ਉਹਨਾਂ ਨੂੰ ਇਹ ਪੁੱਛਿਆ ਜਾ ਰਿਹਾ ਵੀ ਫਿਰ ਤੁਸੀਂ ਹੋਟਲਾਂ ਦੇ ਉੱਤੇ, ਹੋਰ ਥਾਵਾਂ ਦੇ ਉੱਤੇ ਕਿਉਂ ਕਰ ਰਹੇ ਆ? ਸੋ ਕਹਿੰਦੇ ਵੀ ਉਹ ਜਿਹੜੇ ਮਿਲਟਰੀ ਐਸੈਟਸ ਹੈਗੇ ਆ, ਜੇ ਉਹਨਾਂ ਦੇ ਫੌਜੀ ਕਿਸੇ ਹੋਰ ਥਾਂ ਦੇ ਉੱਤੇ ਵੀ ਜਾਂਦੇ ਆ ਤਾਂ ਅਸੀਂ ਉਹਨਾਂ ਦੇ ਉੱਤੇ ਹਮਲਾ ਕਰ ਸਕਦੇ ਆ। ਤੇ ਪਤਾ ਕਹਿੰਦੇ ਕਿੱਥੋਂ ਲੱਗ ਰਿਹਾ, ਕਹਿੰਦੇ ਵੀ ਬਹੁਤ ਸਾਰੇ ਅਮਰੀਕੀ ਫੌਜੀ ਜਦੋਂ ਵੱਖ-ਵੱਖ ਹੋਟਲਾਂ ਦੇ ਵਿੱਚ ਰੁਕੇ ਹੋਏ ਆ, ਤਾਂ ਉਹ ਆਪਣੀਆਂ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪੋਸਟ ਕਰੀ ਜਾ ਰਹੇ ਆ, ਉਹ ਦੇਖੋ ਮਿਜ਼ਾਈਲਾਂ ਚੱਲ ਰਹੀਆਂ ਤੇ ਏਦਾਂ। ਤੇ ਫਿਰ ਕਹਿੰਦੇ ਵੀ ਇਰਾਨ ਵਾਲਿਆਂ ਨੇ ਉੱਥੋਂ ਪਤਾ ਲਾ ਕੇ ਕਈ ਜਿਹੜੇ ਹੋਟਲਾਂ ਦੇ ਉੱਤੇ ਜਿਹੜੇ ਹਮਲੇ ਕੀਤੇ ਆ ਵੱਖ-ਵੱਖ ਮੁਲਕਾਂ ਦੇ ਵਿੱਚ, ਜੋ ਇਹ ਚੀਜ਼ ਸਾਹਮਣੇ ਆ ਰਹੀ ਆ। ਇਰਾਨ ਵਾਲਿਆਂ ਨੇ ਹਰਜੋਤ ਸਿੰਘ ਜੀ ਇਹ ਦੱਸ ਰਹੇ ਨੇ ਵੀ ਹੁਣ ਜਦੋਂ ਪਿਛਲੇ ਦੀ ਜੂਨ ਦੇ ਵਿੱਚ ਇਹਨਾਂ ਦੇ ਉੱਤੇ ਹਮਲਾ ਹੋਇਆ ਸੀ, ਇਹਨਾਂ ਨੇ ਇਹ ਠਾਣ ਲਈ ਸੀਗੀ ਵੀ ਹੁਣ ਅਸੀਂ ਜ਼ਿਆਦਾ ਆਪਣੇ ਅਸਲੇ ਤੇ ਹੀ ਜਿਹੜਾ ਉਹ ਜ਼ੋਰ ਦੇਣਾ ਆ। ਉਹ ਇੱਕ ਦਿਨ ਪਹਿਲਾਂ ਜਦ 28 ਤਰੀਕ ਨੂੰ ਬੋਮਿੰਗ ਸ਼ੁਰੂ ਹੁੰਦੀ ਹੈ ਇਰਾਨ ਦੀ, ਇਹ ਮੰਨ ਰਹੇ ਸੀਗੇ ਵੀ ਅਸੀਂ ਯੂਰੇਨੀਅਮ ਦਾ ਸਟਾਕ ਪਾਈਲ ਉਹ ਸਾਰਾ ਕੁਝ ਨਹੀਂ ਕਰਨਾ, ਪਰ ਫਿਰ ਵੀ ਉਸ ਦੇ ਬਾਵਜੂਦ ਇਜ਼ਰਾਈਲ ਨੇਤਨਯਾਹੂ ਇਹ ਲੜਾਈ ਚਾਹੁੰਦਾ ਸੀਗਾ ਤੇ ਇਹ ਲੜਾਈ ਜਿਹੜੀ ਆ ਉਸ ਦੇ ਵਿੱਚ ਅਮਰੀਕਾ ਨੂੰ ਧੱਕ ਦਿੱਤਾ ਗਿਆ ਆ। ਇਹ ਅਮਰੀਕੀਆਂ ਨੂੰ ਵੀ ਜਿਹੜਾ ਸੋਚਣਾ ਪੈਣਾ ਆ ਵੀ ਕੀ ਆਪਾਂ ਇਜ਼ਰਾਈਲ ਦੇ ਇੰਨੇ ਹੱਥ ਠੋਕੇ ਜਿਹੜੇ ਉਹ ਬਣ ਚੁੱਕੇ ਆ ਵੀ ਉਹ ਜਿੱਦਾਂ ਕਹੋਗੇ ਉਦਾਂ ਹੀ ਜਿਹੜਾ ਉਹਨਾਂ ਨੇ ਜਿਹੜਾ ਉਹ ਕਰਨਾ ਹੈਗਾ ਆ। ਸੋ ਇਹ ਸਿਚੁਏਸ਼ਨ ਨੂੰ ਲੈ ਕੇ ਹੁਣ ਕਈ ਜਿਹੜਾ ਕ੍ਰਿਟਿਸਿਜ਼ਮ ਆ ਜਾਂ ਕਹਿ ਲਓ ਵੀ ਕ੍ਰਿਟਿਕਸ ਆ, ਉਹ ਆਪਣੀ ਜਿਹੜੀ ਚਰਚਾ ਆ ਇਸ ਦੇ ਵਿੱਚ ਕਰ ਰਹੇ ਹੈਗੇ ਆ। 59% CNN ਦੇ ਪੋਲ ਮੁਤਾਬਕ ਅਮਰੀਕਨ ਡਿਸਅਪਰੂਵ ਕਰ ਰਹੇ ਆ ਇਰਾਨ 'ਚ ਜੋ ਸਟ੍ਰਾਈਕ ਅਮਰੀਕਾ ਨੇ ਕੀਤੀ ਆ, ਤੇ ਉਹ ਇਹ ਕਹਿ ਰਹੇ ਆ ਵੀ ਇਹ ਲੌਂਗ ਟਰਮ ਕਨਫਲਿਕਟ ਹੋਊਗਾ। ਸੋ ਇਹ ਕਾਫੀ ਵੱਡਾ ਨੰਬਰ ਆ, 10 ਚੋਂ 6 ਜਾਣੇ ਜਿਹੜੇ ਆ ਇਹ ਅਪਰੂਵ ਨਹੀਂ ਕਰ ਰਹੇ ਹੈਗੇ। ਤੇ ਜਿਸ ਤਰ੍ਹਾਂ ਮੈਂ ਦੱਸਿਆ ਸੀ ਵੀ ਥੋੜਾ ਸਮਾਂ ਹੀ ਪਹਿਲਾਂ ਅੰਬੈਸੀ ਦੇ ਉੱਤੇ ਅਟੈਕ ਹੋਇਆ, ਹਜੇ ਤੱਕ ਪਤਾ ਨਹੀਂ ਵੀ ਕਿਸੇ ਦੇ ਸੱਟ ਚੋਟ ਲੱਗੀ ਆ ਜਾਂ ਨਹੀਂ। ਕਤਰ, UAE ਦੇ ਉੱਤੇ ਵੀ ਜਿਹੜੇ ਅਟੈਕ ਹੋਏ ਹੈਗੇ ਆ। ਇਰਾਨੀਅਨ ਫੋਰਨ ਮਿਨਿਸਟਰ ਨੇ ਇਹ ਕਿਹਾ ਵੀ US ਬੇਸਿਸ ਸਾਡੇ ਲੈਜੀਟੀਮੇਟ ਟਾਰਗੇਟ ਹੈਗੇ ਆ। ਸੋ ਇੱਕ ਗੈਂਗ ਆਫ 8 ਦੇ ਮੈਂਬਰਸ ਆ, ਉਹਨਾਂ ਨੇ ਕਲਾਸੀਫਾਈਡ ਇਨਫੋਰਮੇਸ਼ਨ ਦੇ ਉੱਤੇ ਵੀ ਗੱਲਬਾਤ ਕੀਤੀ ਆ। ਸੋ ਫਾਰ ਜੋ 600 ਦੇ ਕਰੀਬ ਇਰਾਨੀਅਨ ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਸਟੇਟ ਆਫ ਹਾਰਮਜ਼ ਉਹ ਕਲੋਜ਼ ਆ, ਜਿਹਦੇ ਨਾਲ ਗੈਸ ਦੀਆਂ ਪ੍ਰਾਈਸਿਸ ਜਿਹੜੀਆਂ ਆ ਉਹ ਬਹੁਤ ਜ਼ਿਆਦਾ ਉੱਪਰ ਜਾਣਗੀਆਂ। ਆਲਰੇਡੀ ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਪ੍ਰਾਈਸਿਸ ਉੱਪਰ ਜਾ ਰਹੀਆਂ ਹੈਗੀਆਂ, ਇਹ ਆਪਾਂ ਨੂੰ ਪਤਾ ਹੀ ਹੈਗਾ। ਸੋ ਸਿਚੁਏਸ਼ਨ ਜੋ ਇਰਾਨ 'ਚ ਵਾਪਰ ਰਹੀ ਆ, ਉਹਦਾ ਜਿਹੜਾ ਇੱਥੇ ਵੀ ਅਸਰ ਪੈਣਾ ਫਾਈਨੈਂਸ਼ੀਅਲੀ ਸ਼ੁਰੂ ਹੋ ਗਿਆ ਹੈਗਾ। ਕੱਲਾ ਉਹੀ ਨਹੀਂ ਹਰਜੋਤ ਸਿੰਘ ਜੀ, ਫਾਈਨੈਂਸ਼ੀਅਲੀ ਤਾਂ ਇੱਕ ਤਾਂ ਤੇਲ ਵਾਲੀ ਆ, ਬਾਕੀ ਹੋਰ ਪਤਾ ਨਹੀਂ ਜਿਹੜੇ ਕੋਈ ਸਲੀਪਰ ਸੈੱਲ ਹੋਣਗੇ ਉਹ ਕਿੱਦਾਂ ਦੇ ਕੋਈ ਚੀਜ਼ਾਂ ਜਿਹੜੀਆਂ ਉਹ ਸੋਚ ਰਹੇ ਹੋਣਗੇ। FBI ਵਾਲੇ ਬਿਲਕੁਲ ਹਾਈਐਸਟ ਅਲਰਟ ਦੇ ਉੱਤੇ ਉਹਨਾਂ ਨੇ ਕਰ ਦਿੱਤਾ ਆ। ਬਾਕੀ ਵੀ ਜਿਹੜੇ ਪੁਲਿਸ ਵਾਲੇ ਜਾਂ ਦੂਜੇ ਮਹਿਕਮੇ ਆ, ਲਾ ਇਨਫੋਰਸਮੈਂਟ ਆ, ਉਹ ਬੜੇ ਅਲਰਟ ਦੇ ਉੱਤੇ ਆ ਵੀ ਕੋਈ ਇਦਾਂ ਦੀ ਅਣਸੁਖਾਵੀ ਘਟਨਾ ਇੱਥੇ ਜਿਹੜੀ ਉਹ ਨਾ ਵਾਪਰੇ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਜਿਹੜੀ ਉਹ ਬਣ ਚੁੱਕੀ ਆ। ਸੋ ਇਜ਼ਰਾਈਲ ਦਾ ਜਿਹੜਾ ਪ੍ਰਾਈਮ ਮਿਨਿਸਟਰ ਨੇਤਨਯਾਹੂ ਆ, ਉਹ ਤਾਂ ਇਹ ਕਲੇਮ ਕਰਦਾ ਸੀਗਾ ਵੀ ਇਰਾਨ ਦਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਆ ਉਹ ਕਾਫੀ ਬਿਲਕੁਲ ਅੱਗੇ ਤੱਕ ਜਿਹੜਾ ਪਹੁੰਚ ਚੁੱਕਾ। ਇਹਨਾਂ ਨੇ ਝੱਟ ਜਿਹੜਾ ਉਹ ਬੰਬ ਜਿਹੜੇ ਉਹ 3 ਬੰਬ ਜਿਹੜੇ ਉਹ ਬਣਾਉਣ ਤੱਕ ਪਹੁੰਚਣ ਵਾਲੇ ਹੈਗੇ ਆ। ਉਧਰ ਅੱਜ ਹਰਜੋਤ ਸਿੰਘ ਜੀ ਯੂਰਪ ਵਾਲੇ ਵੀ ਥੋੜੇ ਜਿਹੇ ਵੱਖਰੀ ਸੁਰ ਦੇ ਵਿੱਚ ਨਜ਼ਰ ਆਏ ਅਮਰੀਕਾ ਦੇ ਕਾਈਂਡ ਆਫ ਨਾਲੋਂ। ਟ੍ਰੇਡ ਵਾਰ ਜੋ ਬਾਕੀ ਮੁਲਕਾਂ ਦੇ ਨਾਲ ਟਰੰਪ ਹੁਣਾਂ ਨੇ ਲਾਈ ਆ, ਕੀ ਉਸ ਦੇ ਕਰਕੇ ਹੋਇਆ ਆ ਇਹ ਬਾਅਦ ਚ ਪਤਾ ਲੱਗੂਗਾ। ਪਰ ਫਰਾਂਸ ਵਾਲੇ ਜਿਹੜੇ ਮੈਕਰੋਨ ਆ, ਉਹਨੇ ਅੱਜ ਇੱਕ ਜਿਹੜੀ ਸਬਮਰੀਨ ਦੇ ਉਦਘਾਟਨ ਦੇ ਮੌਕੇ ਕਿਹਾ ਵੀ ਪਰਮਾਣੂ ਹਥਿਆਰ ਅਸੀਂ ਹੋਰ ਜ਼ਿਆਦਾ ਜਿਹੜੇ ਬਣਾਵਾਂਗੇ, ਤੇ ਕਹਿੰਦੇ ਅਸੀਂ ਹੁਣ ਦੁਨੀਆ ਨੂੰ ਦੱਸਣਾ ਨਹੀਂ ਸਾਡੇ ਕੋਲ ਕਿੰਨੇ ਆ ਕਿੰਨੇ ਨਹੀਂ ਹੈਗੇ। ਸੋ ਉਹਨਾਂ ਨੇ ਕਿਹਾ ਵੀ ਅਸੀਂ ਹੋਰ ਜਿਹੜੇ ਪਰਮਾਣੂ ਹਥਿਆਰ ਆ, ਬੰਬ ਆ, ਬੇਸਿਕਲੀ ਅਸਲਾ ਆ, ਉਹ ਬਣਾਉਣ ਜਾ ਰਹੇ ਹੈਗੇ ਆ। UK ਵਾਲੇ ਨੇ ਕਿਹਾ ਵੀ ਟਰੰਪ ਹੁਣੀ ਸਾਨੂੰ ਨਜਾਇਜ਼ ਹੀ ਇੱਕ ਹਿਸਾਬ ਦੇ ਨਾਲ ਕਹਿ ਰਹੇ ਆ, ਅਸੀਂ ਉਦਾਂ ਤੁਹਾਡੇ ਨਾਲ ਸਪੋਰਟ 'ਚ ਆ, ਪਰ ਇਸ ਹਮਲੇ ਦੇ ਵਿੱਚ ਕਹਿੰਦੇ ਅਸੀਂ ਤੁਹਾਡਾ ਕੋਈ ਸਮਰਥਨ ਆ ਉਹ ਨਹੀਂ ਕਰਾਂਗੇ। ਕੈਨੇਡਾ ਵਾਲੇ ਪਹਿਲਾਂ ਹੀ ਇਸ ਚੀਜ਼ ਦੇ ਵਿੱਚ ਉਲਟ ਸੀਗੇ ਵੀ ਨਹੀਂ ਅਸੀਂ ਜਿਹੜਾ ਆ ਇਸ ਹਮਲੇ ਦੇ ਵਿੱਚ ਬੇਸਿਕਲੀ ਸ਼ਮੂਲੀਅਤ ਆਪ ਜਿਹੜੀ ਉਹ ਇਨਵੋਲਵ ਨਹੀਂ ਹੋਣੇ। ਉੱਦਾਂ ਕਾਈਂਡ ਆਫ ਅਮਰੀਕਾ ਦੇ ਜਿਹੜੇ ਉਹ ਨਾਲ ਜਿਹੜੇ ਉਹ ਨਜ਼ਰ ਆ ਰਹੇ ਆ। ਮੈਕਰੋਨ ਨੇ ਇੱਕ ਹੋਰ ਚੀਜ਼ ਆਖੀ, ਉਹ ਵੀ ਸੋਚਣ ਵਾਲੀ ਤੇ ਦੇਖਣ ਵਾਲੀ ਆ। ਉਹ ਕਹਿੰਦੇ ਵੀ ਜਾਂ ਤਾਂ ਡਰ ਕੇ ਰਹੋਗੇ ਤੇ ਜਾਂ ਡਰਾ ਕੇ ਰੱਖੋ। ਸੋ ਕਹਿੰਦਾ ਵੀ ਹੁਣ ਅਸੀਂ ਡਰਾਉਣ ਵਾਲੀ ਨੀਤੀ ਵੱਲ ਨੂੰ ਜਿਹੜਾ ਉਹ ਵਧਾਂਗੇ, ਸੋ ਪਰਮਾਣੂ ਹਥਿਆਰ ਅਸੀਂ ਜ਼ਿਆਦਾ ਵਧਾਵਾਂਗੇ। ਹੁਣ ਜਰਮਨੀ, UK ਕੀ ਹੋਰ ਇਸ ਪਾਸੇ ਵੱਲ ਨੂੰ ਕਦਮ ਵਧਾਉਣਗੇ। ਇਹ ਦੋਹਰੀ ਮਾਰ ਜਿਹੜੀ ਹਰਜੋਤ ਸਿੰਘ ਜੀ ਹੋ ਸਕਦੀ ਆ, ਰਸ਼ੀਆ ਨੂੰ ਵੀ ਨਾਲ ਦੇ ਨਾਲ ਅੱਖਾਂ ਜਿਹੜੀਆਂ ਦਿਖਾਉਣ ਦੀ ਕੋਸ਼ਿਸ਼ ਇਸ ਦੇ ਵਿੱਚ ਯੂਰਪ ਵੱਲੋਂ ਹੋ ਸਕਦੀ ਆ। ਜੀ
ਦੂਸਰੀ ਖਬਰ ਵੱਲ ਚੱਲੀਏ ਤੇ ਅੱਜ ਯੂਐਸ ਦੀ ਸੁਪਰੀਮ ਕੋਰਟ ਨੇ ਉਹ ਜਿਹੜਾ ਕੈਲੀਫੋਰਨੀਆ ਦਾ ਪ੍ਰਾਈਵੇਸੀ ਪ੍ਰੋਟੈਕਸ਼ਨ ਸੀਗਾ ਫॉर ਟਰਾਂਸ ਸਟੂਡੈਂਟਸ ਉਸ ਨੂੰ ਬਲੌਕ ਕਰ ਦਿੱਤਾ ਹੈਗਾ ਆ। ਸੋ ਕੁਝ ਪੇਰੈਂਟਸ ਨੇ ਇਹ ਜਿਹੜਾ ਫਾਈਲ ਕੀਤਾ ਸੀ ਕੇਸ, ਸੋ ਉਹਨਾਂ ਦੇ ਹੱਕ 'ਚ ਆਇਆ ਵੀ ਸਾਨੂੰ ਦੱਸਿਆ ਨਹੀਂ ਜਾਂਦਾ ਹੈਗਾ ਵੀ ਜਿਸ ਹਿਸਾਬ ਦੇ ਨਾਲ ਬੱਚਿਆਂ ਦਾ ਜਿਹੜਾ ਜੈਂਡਰ ਆ ਉਹ ਚੇਂਜ ਕਰ ਦਿੱਤਾ ਜਾਂਦਾ ਹੈਗਾ। ਕੈਲੀਫੋਰਨੀਆ ਦੇ ਲਾਅ ਦੇ ਵਿੱਚ ਬਹੁਤ ਸਾਰੀਆਂ ਪ੍ਰੋਵੀਜ਼ਨ ਸੀਗੀਆਂ ਜਿਹਦੇ ਵਿੱਚ ਰਾਈਟ ਟੂ ਪ੍ਰਾਈਵੇਸੀ ਸੀ ਅੰਡਰ ਸਟੇਟ ਕੌਂਸਟੀਟਿਊਸ਼ਨ, ਤੇ ਸਟੇਟ ਜੋ ਆ ਉਹ ਆਪਣੇ ਆਪ ਜਿਹੜਾ ਆ ਉਹਨਾਂ ਨੂੰ ਇਹ ਨਹੀਂ ਸੀ ਵੀ ਜੋ ਬੱਚੇ ਆ ਜਾਂ ਗਾਰਡੀਅਨ ਆ ਉਹਨਾਂ ਦੇ ਜਾਂ ਪੇਰੈਂਟਸ ਆ ਉਹਨਾਂ ਨੂੰ ਦੱਸਣ ਦੀ ਜ਼ਰੂਰਤ ਭਈ ਉਹਨਾਂ ਨੂੰ ਜੀ ਖਤਰਾ ਹੋਊਗਾ, ਫੀਅਰ ਆਫ ਹੋਸਟੈਲਿਟੀ ਹੋਊਗੀ, ਰਿਜੈਕਸ਼ਨ ਹੋਊਗੀ, ਵਾਇਲੈਂਸ ਹੋਊਗੀ, ਜੇ ਉਹ ਆਪਣਾ ਸੈਕਸ ਚੇਂਜ ਕਰਨਾ ਚਾਹੁੰਦੇ ਆ ਤੇ ਕਰ ਸਕਦੇ ਆ। ਸੋ ਹੁਣ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਨੇ ਉਹਦੇ ਅਗੇਂਸਟ ਜਿਹੜਾ ਡਿਸੀਜਨ ਦਿੱਤਾ ਹੈਗਾ। ਜੀ, ਸੋ ਜਿਹੜੇ ਰਿਲੀਜੀਅਸ ਪੇਰੈਂਟਸ ਆ ਬੇਸਿਕਲੀ ਉਹਨਾਂ ਦੇ ਹੱਕ ਦੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਜਿਹੜਾ ਪ੍ਰਾਈਵੇਸੀ ਪ੍ਰੋਟੈਕਸ਼ਨਸ ਨੂੰ ਲੈ ਕੇ ਜਿਹੜਾ ਟਰਾਂਸ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਲੈ ਕੇ ਹੋਇਆ ਆ। ਸੋ ਇਹ ਵੀ ਇੱਕ ਖਾਸਾ ਜਿਹੜਾ ਹਰਜੋਤ ਸਿੰਘ ਜੀ ਕਹਿ ਸਕਦੇ ਆ ਵੀ ਵਿਵਾਦ ਆ ਉਹ ਮਘਿਆਈ ਹੋਇਆ ਆ ਓਵਰਆਲ ਕੈਲੀਫੋਰਨੀਆ ਦੇ ਜਿਹੜਾ ਉਹ ਵਿੱਚ। ਅਗਲੀ ਜਿਹੜੀ ਗੱਲ ਕਰੀਏ ਗਵਰਨਰ ਗੈਵਿਨ ਨਿਊਸਮ ਆ ਉਹਨਾਂ ਨੇ ਹੁਣ ਧਮਕੀ ਦਿੱਤੀ ਆ ਜਿਹੜੀਆਂ ਕੁਝ ਕਾਉਂਟੀਜ਼ ਨੂੰ ਕੇਅਰ ਕੋਰਟ ਫੰਡਿੰਗ ਨੂੰ ਜਿਹੜਾ ਉਹ ਲੈ ਕੇ 2023 ਦੇ ਵਿੱਚ ਇੱਕ ਕੇਅਰ ਕੋਰਟ ਪ੍ਰੋਗਰਾਮ ਕੈਲੀਫੋਰਨੀਆ ਨੇ ਉਹ ਲਾਂਚ ਕੀਤਾ ਸੀਗਾ, ਜਿਸ ਦੇ ਵਿੱਚ ਇਹਨਾਂ ਨੇ ਇਹ ਮੱਦ ਰੱਖੀ ਸੀ ਵੀ ਜਿਹੜੇ ਹੋਮਲੈਸ ਲੋਕ ਨੇ ਉਹਨਾਂ ਨੂੰ ਸਟਰੀਟਸ ਤੋਂ ਬਾਹਰ ਲਿਆਂਦਾ ਜਾਊਗਾ, ਹਾਊਸਿੰਗ ਤੇ ਸੋਸ਼ਲ ਸਰਵਿਸਿਜ਼ ਦੇ ਜਿਹੜੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਨੂੰ ਲਿਆਂਦਾ ਜਾਊਗਾ। ਪਰ ਕਹਿੰਦੇ ਵੀ ਹੁਣ ਜਿਹੜੀਆਂ ਕੁਝ ਕਾਉਂਟੀਜ਼ ਆ ਉਹ ਇਹਨਾਂ ਦੇ ਵਿੱਚ ਸਾਥ ਨਹੀਂ ਦੇ ਰਹੇ ਹੈਗੇ। ਇੱਕ ਨਿਊਜ਼ ਕਾਨਫਰੰਸ ਉਹਨਾਂ ਨੇ ਹੇਵਰਡ ਦੇ ਵਿੱਚ ਜਿਹੜੀ ਉਹ ਦਿੱਤੀ ਤੇ ਫਰਸਟ੍ਰੇਟਡ ਸੀਗੇ ਅੱਜ, ਤੇ ਉਹਨਾਂ ਨੇ ਕਿਹਾ ਵੀ ਬਹੁਤ ਜ਼ਿਆਦਾ ਐਕਸਕਿਊਜ਼ਿਸ ਅਸੀਂ ਜਿਹੜੀਆਂ ਕਾਉਂਟੀਜ਼ ਦੇ ਵਿੱਚੋਂ ਉਹਨਾਂ ਦੇ ਕੋਲੋਂ ਜਿਹੜੇ ਸਾਨੂੰ ਮਿਲ ਰਹੇ ਆ। ਕਹਿੰਦੇ ਵੀ ਘੱਟੋ ਘੱਟ 10 ਕਾਉਂਟੀਜ਼ ਜਿਹੜੀਆਂ ਬਹੁਤ ਹੀ ਧੀਮੀ ਰਫ਼ਤਾਰ ਦੇ ਵਿੱਚ ਚੱਲ ਰਹੀਆਂ ਆ ਤੇ ਕਹਿੰਦੇ ਵੀ ਐਵਰੇਜ ਜਿਹੜੀ ਆ 6 ਪਟੀਸ਼ਨਸ ਜਿਹੜੀਆਂ ਉਹ ਆ ਰਹੀਆਂ ਆ 1 ਲੱਖ ਕੈਲੀਫੋਰਨੀਆ ਦੇ ਪਿੱਛੇ। ਸੋ ਕਹਿੰਦੇ ਵੀ ਬਹੁਤ ਸਲੋ ਆ। LA, ਸੈਨ ਫਰਾਂਸਿਸਕੋ, ਸੈਨ ਬਰਨਾਰਡੀਨੋ, ਰਿਵਰਸਾਈਡ, ਔਰੇਂਜ, ਕਰਨ, ਫ੍ਰੈਜ਼ਨੋ ਤੇ ਯੋਲੋ ਕਾਉਂਟੀਜ਼ ਨੂੰ ਜਿਹੜਾ ਨਿਸ਼ਾਨੇ ਦੇ ਉੱਤੇ ਇਹਨਾਂ ਨੇ ਲਿਆ ਹੈਗਾ ਆ। ਸੋ ਗਵਰਨਰ ਹੁਣਾਂ ਨੇ $300 ਮਿਲੀਅਨ ਦੀ ਜਿਹੜੀ ਫੰਡਿੰਗ ਆ ਉਹ ਅਨਾਉਂਸ ਜਿਹੜੀ ਉਹ ਕੀਤੀ ਆ ਵੀ ਕੁਝ ਇਲਾਕਿਆਂ ਦੇ ਵਿੱਚ ਜਿਹੜੀ ਉਹ ਜਾਊਗੀ, ਵੱਖ-ਵੱਖ ਕਾਉਂਟੀਜ਼ ਦੇ ਵਿੱਚ ਜਾਊਗੀ ਤਾਂ ਜੋ ਇਹਨਾਂ ਲੋਕਾਂ ਨੂੰ ਕੇਅਰ ਕੋਰਟ ਪ੍ਰੋਗਰਾਮ ਦੇ ਤਹਿਤ ਸਹਾਇਤਾ ਜਿਹੜੀ ਉਹ ਦਿੱਤੀ ਜਾਵੇ। ਤੇ ਇਹਨਾਂ ਕਾਉਂਟੀਜ਼ ਨੂੰ ਕਿਹਾ ਵੀ ਭਾਈ ਤੁਸੀਂ ਜਿਹੜਾ ਆਪਣੀ ਸਪੀਡ ਆ ਉਸ ਨੂੰ ਤੇਜ਼ ਕਰੋ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਕੱਲ ਨੂੰ ਮੰਗਲਵਾਰ ਨੂੰ ਲੂਨਰ ਇਕਲਿਪਸ ਹੋਊਗਾ ਨਾਰਦਰਨ ਕੈਲੀਫੋਰਨੀਆ ਦੇ ਵਿੱਚ। ਸੋ ਬਹੁਤ ਸਾਰੇ ਲੋਕ ਦੇਖਣ ਦੇ ਲਈ ਬੜੇ ਉਤਸੁਕ ਹੈਗੇ ਆ ਤੇ ਕਹਿੰਦੇ ਵੀ ਸੈਂਟਰਲ ਵੈਲੀ 'ਚ ਥੋੜਾ ਡਿਮ ਹੋ ਸਕਦਾ ਕਿਉਂਕਿ ਉੱਥੇ ਫੌਗ ਵਗੈਰਾ ਕਰਕੇ, ਪਰ ਬਾਕੀ ਏਰੀਏ ਦੇ ਵਿੱਚ ਜੋ ਲੂਨਰ ਇਕਲਿਪਸ ਆ ਉਹ ਤੁਸੀਂ ਬਹੁਤ ਵਧੀਆ ਦੇਖ ਸਕਦੇ ਹੈਗੇ ਆ। ਇਹ ਤੜਕੇ ਨੂੰ ਹੋਣਾ ਆ ਮੋਸਟ ਪ੍ਰੋਬਬਲੀ 3 ਤੋਂ ਲੈ ਕੇ 4 ਵਜੇ ਦੇ ਕਰੀਬ। ਜੀ, ਵੋਟਰ ਆਈਡੀ ਵਾਲਾ ਇਨੀਸ਼ੀਏਟਿਵ ਕੈਲੀਫੋਰਨੀਆ ਦੀਆਂ ਨਵੰਬਰ 2026 ਬੈਲਟ ਦੇ ਉੱਤੇ ਆ ਸਕਦਾ ਹੈਗਾ ਆ। ਉਹ ਇਸ ਲਈ ਵੀ ਕਹਿੰਦੇ ਵੀ ਤਕਰੀਬਨ 1.3 ਮਿਲੀਅਨ ਸਿਗਨੇਚਰ ਜਿਹੜੀ ਇਸ ਪਟੀਸ਼ਨ ਦੇ ਉੱਤੇ ਲੋਕਾਂ ਨੇ ਕੀਤੇ ਆ, ਜਿਸ ਨੂੰ ਹੁਣ ਜਿਹੜੇ ਸੈਕਟਰੀ ਆਫ ਸਟੇਟ ਆ ਜੋ ਕੈਲੀਫੋਰਨੀਆ ਦੀ ਸੈਕਟਰੀ ਆਫ ਸਟੇਟ ਆ ਉਹ ਹੁਣ ਵੈਰੀਫਾਈ ਜਿਹੜੇ ਉਹ ਕਰਨਗੇ। ਇਸ ਪਟੀਸ਼ਨ ਨੂੰ ਕਾਮਨ ਸੈਂਸ ਪਟੀਸ਼ਨ ਦੇ ਤੌਰ ਦੇ ਉੱਤੇ ਜਿਹੜਾ ਉਹ ਆਖਿਆ ਜਾ ਰਿਹਾ। ਬੜੇ ਚਿਰ ਤੋਂ ਇਹ ਮੰਗ ਖਾਸ ਕਰਕੇ ਆਪਾਂ ਕਹਿ ਸਕਦੇ ਵੀ ਕੰਜ਼ਰਵੇਟਿਵ ਪਾਰਟੀ ਵੱਲੋਂ ਇਹ ਲਗਾਤਾਰ ਚੁੱਕ ਹੋ ਰਹੀ ਆ ਵੀ ਵੋਟ ਪਾਉਣ ਲੱਗਿਆ ਵੋਟਰ ਆਈਡੀ ਜਿਹੜੀ ਆ ਉਹ ਦਿਖਾਉਣੀ ਲਾਜ਼ਮੀ ਹੋਵੇ। ਹਾਲ ਦੀ ਘੜੀ ਕੈਲੀਫੋਰਨੀਆ ਦੇ ਵਿੱਚ ਇਹ ਆ ਵੀ ਤੁਸੀਂ ਵੋਟ ਪਾ ਸਕਦੇ ਆ ਬਗੈਰ ਕਿਸੇ ਆਈਡੀ ਨੂੰ ਜਿਹੜਾ ਉਹ ਦਿਖਾਏ ਹੋਏ। ਰਿਪਬਲਿਕਨ ਨੇ ਕੈਲੀਫੋਰਨੀਆ ਸਟੇਟ ਅਸੈਂਬਲੀ ਮੈਂਬਰ ਕਾਰਲ ਡੀ ਮਾਇਓ ਉਹਨਾਂ ਨੇ ਜਿਹੜਾ ਉਹ ਦੱਸਿਆ ਆ ਵੀ ਇਹ ਜਿਹੜਾ ਇਨੀਸ਼ੀਏਟਿਵ ਆ ਕਾਮਨ ਸੈਂਸ ਆ, ਬਾਈ ਪਾਰਟੀਜ਼ਨ ਵੇ ਆ। ਕਹਿੰਦੇ ਵੀ ਤਾਂ ਜੋ ਇੱਕ ਭਰੋਸਾ ਤੇ ਵਿਸ਼ਵਾਸ ਜਿਹੜਾ ਆ ਉਹ ਵੋਟਰਸ ਦਾ ਇਲੈਕਸ਼ਨ ਸਿਸਟਮ ਦੇ ਵਿੱਚ ਹੋਵੇ। ਸੋ ਕਹਿੰਦੇ ਵੀ 13 ਲੱਖ ਲੋਕਾਂ ਦੇ ਸਿਗਨੇਚਰ ਜਿਹੜੇ 58 ਕਾਉਂਟੀਜ਼ ਦੇ ਵਿੱਚੋਂ ਉਹ ਹੋਏ ਨੇ ਤੇ ਉਹਨਾਂ ਨੂੰ ਸਬਮਿਟ ਜਿਹੜਾ ਉਹ ਕੀਤਾ ਜਾਊਗਾ। ਸੋ ਕਹਿੰਦੇ ਵੀ 5 ਸਟੇਟ ਵਾਈਡ ਰੈਲੀਜ਼ ਇਸ ਨੂੰ ਪ੍ਰਮੋਟ ਕਰਨ ਦੇ ਲਈ ਜਿਹੜੀਆਂ ਉਹ ਨਾਲ ਹੋਣ ਜਾ ਰਹੀਆਂ ਹੈਗੀਆਂ। ਸੋ ਕਹਿੰਦੇ ਵੀ ਇਹ ਵੈਰੀਫਾਈ ਕਰਨ ਦੇ ਲਈ ਆ ਵੀ ਕਿਹੜੇ ਲੋਕ ਵੋਟ ਪਾ ਰਹੇ ਆ ਸਾਡੀਆਂ ਜਿਹੜੀਆਂ ਇਲੈਕਸ਼ਨਸ ਦੇ ਵਿੱਚ। ਸੋ ਵੋਟਰ ਫਰਾਡ
ਦੇ ਮੁੱਦੇ ਨੂੰ ਮੁੱਖ ਰੱਖਦੇ ਹੋਏ ਇਹ ਜਿਹੜੀ ਪਟੀਸ਼ਨ ਆ ਉਹ ਕੀਤੀ ਜਿਹੜੀ ਹੋ ਗਈ ਆ। ਸੋ ਕਹਿੰਦੇ ਵੀ 80% ਵੋਟਾਂ 2024 ਇਲੈਕਸ਼ਨ 'ਚ ਕੈਲੀਫੋਰਨੀਆ 'ਚ ਉਹ ਮੇਲ ਇਨ ਬੈਲਟ ਜਿਹੜੀਆਂ ਉਹ ਸੀਗੀਆਂ। ਨੇਸ਼ਨ ਵਾਈਡ ਇਹ ਆંકੜਾ 29% ਦੇ ਉੱਤੇ ਸੀਗਾ। ਕਹਿੰਦੇ ਵੀ ਹੋਰ ਸੂਬਿਆਂ ਨੇ ਵੀ ਵੋਟਰ ਆਈਡੀ ਜਿਹੜੇ ਪ੍ਰੋਗਰਾਮ ਆ ਉਹਨਾਂ ਨੂੰ ਇੰਪਲੀਮੈਂਟ ਕੀਤਾ ਹੈਗਾ ਆ, ਤੇ ਕਹਿੰਦੇ ਵੀ ਪਾਰਟਿਸਿਪੇਸ਼ਨ ਇਸ ਦੇ ਨਾਲ ਇਲੈਕਸ਼ਨਸ ਦੇ ਵਿੱਚ ਵਧੀ ਹੈਗੀ ਆ। ਰਿਫਾਰਮ ਕੈਲੀਫੋਰਨੀਆ ਜਿਹੜਾ ਪੋਲੀਟੀਕਲ ਐਕਸ਼ਨ ਗਰੁੱਪ ਆ ਉਹਨਾਂ ਦੇ ਜ਼ਰੀਏ ਇਹ ਜਿਹੜੀ ਪਟੀਸ਼ਨ ਆ ਲਿਆਂਦੀ ਜਿਹੜੀ ਉਹ ਜਾ ਰਹੀ ਆ। ਸੋ ਕਹਿੰਦੇ ਵੀ ਜੇ ਮੈਜਰ ਅਪਰੂਵ ਹੋ ਜਾਂਦਾ ਨਵੰਬਰ ਦੇ ਮਹੀਨੇ ਦੇ ਵਿੱਚ, ਤਾਂ ਕੈਲੀਫੋਰਨੀਆ ਦੇ ਸੰਵਿਧਾਨ ਦੇ ਵਿੱਚ ਜਿਹੜੀਆਂ ਤਬਦੀਲੀਆਂ ਆ ਉਹ ਲਿਆਂਦੀਆਂ ਜਾਣਗੀਆਂ, ਜਿਸ ਦੇ ਨਾਲ ਫੋਟੋ ਆਇਡੈਂਟੀਫਿਕੇਸ਼ਨ ਦੀ ਰਿਕੁਆਇਰਮੈਂਟ ਹੋਊਗੀ ਤੁਹਾਨੂੰ ਬੈਲਟ ਪਾਉਣ ਦੇ ਲਈ ਹਰ ਇੱਕ ਇਲੈਕਸ਼ਨ ਦੇ ਵਿੱਚ। ਜੀ ਬਿਲਕੁਲ। ਪਿਛਲੀਆਂ ਇਲੈਕਸ਼ਨਾਂ 'ਚ ਦੇਖਿਆ ਕਈ ਵਾਰੀ ਲੋਕ ਘਰਾਂ ਤੋਂ ਵੋਟਾਂ ਚੱਕ ਕੇ ਲੈ ਜਾਂਦੇ ਆ, ਆਪ ਬਣਾਉਂਦੇ ਆ। ਸੋ ਜੇ ਬਾਕੀ ਹਰ ਜਗ੍ਹਾ ਆਈਡੀ ਰਿਕੁਆਇਰਡ ਆ ਤੇ ਵੋਟਾਂ ਦੇ ਵੀ ਜ਼ਰੂਰ ਕੋਈ ਨਾ ਕੋਈ ਆਈਡੀ ਜ਼ਰੂਰੀ ਨਹੀਂ ਪਈ ਪਾਸਪੋਰਟ ਇਹ ਹੋਵੇ, ਕਿਸੇ ਤਰ੍ਹਾਂ ਦੀ ਵੀ ਆਈਡੀ ਜਿਹੜੀ ਆ ਉਹ ਰਿਕੁਆਇਰ ਹੋਣੀ ਚਾਹੀਦੀ ਹੈਗੀ ਆ। ਤੇ ਜਿਸ ਤਰ੍ਹਾਂ ਗੈਸ ਦੀਆਂ ਪ੍ਰਾਈਸਿਸ ਨੂੰ ਲੈ ਕੇ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੀ ਸੀ ਵੀ ਕੈਲੀਫੋਰਨੀਆ ਦੇ ਵਿੱਚ ਡਬਲ ਵੈਮੀ, ਕਿਉਂਕਿ ਕੈਲੀਫੋਰਨੀਆ ਨੇ ਪਹਿਲੇ ਭੱਠਾ ਬਿਠਾ ਲਿੱਤਾ ਆ। ਕੁਛ ਜਿਹੜੀਆਂ ਰਿਫਾਈਨਰੀਜ਼ ਆ ਇੱਥੇ ਦੇ ਗਵਰਨਰ ਨੇ ਆਲਰੇਡੀ ਬੰਦ ਕਰਵਾਤੀਆਂ ਆ। ਤੇ ਜਿਹੜਾ ਗੈਸ ਟੈਕਸ ਹੈਗਾ ਸਭ ਤੋਂ ਜ਼ਿਆਦਾ ਆ ਅਮਰੀਕਾ ਦੇ ਵਿੱਚ। ਸੋ ਪਿਛਲੇ ਕੁਝ ਦਿਨਾਂ ਦੇ ਵਿੱਚ 29 ਸੈਂਟ ਪਰ ਗੈਲਨ ਦੇ ਹਿਸਾਬ ਨਾਲ ਗੈਸ ਦੀਆਂ ਪ੍ਰਾਈਸਿਸ ਉੱਪਰ ਚਲੇ ਗਈਆਂ ਹੈਗੀਆਂ। ਤੇ ਜਿਸ ਹਿਸਾਬ ਦੇ ਨਾਲ ਜੰਗ ਲੱਗੀ ਹੋਈ ਹੈਗੀ ਆ ਤੇ ਆਉਣ ਵਾਲੇ ਸਮੇਂ 'ਚ ਬੈਰਲ ਦੀ ਪ੍ਰਾਈਸ ਹੋਰ ਉੱਪਰ ਜਾਣੀ ਆ, ਕਿਉਂਕਿ ਅੱਜ $76.98 ਆ ਤੇ ਉਹ ਜੇ ਵੱਧਦੀ ਆ ਉਹਦੇ ਨਾਲ ਕੈਲੀਫੋਰਨੀਆ ਦੇ ਵਿੱਚ ਤੁਸੀਂ ਦੇਖਿਆ ਹੀ ਹੋਣਾ ਕੱਲ੍ਹ $4.5 ਦੇ ਕਰੀਬ ਗੈਸ ਸੀ। ਸੋ ਇਹ ਮੈਨੂੰ ਲੱਗਦਾ ਵੀ $5 ਤੱਕ ਵੀ ਚਲੇ ਜਾਣੀ ਆ, ਜੋ ਸਿਚੁਏਸ਼ਨ ਹੁਣ ਬਣਦੀ ਜਾ ਰਹੀ ਹੈਗੀ ਆ। ਜੀ, ਖਾਸ ਕਰਕੇ ਜੇ ਲੜਾਈ ਹਰਜੋਤ ਸਿੰਘ ਜੀ ਜ਼ਿਆਦਾ ਲੰਬੀ ਚੱਲੀ ਤੇ ਜਿਹੜਾ ਸਟ੍ਰੇਟ ਆਫ ਹਾਰਮੁਜ਼ ਆ ਉਸ ਨੂੰ ਜੇ ਈਰਾਨ ਵਾਲਿਆਂ ਨੇ ਬੰਦ ਕਰਨ ਦੇ ਵਿੱਚ ਕਾਮਯਾਬੀ ਉਹਨਾਂ ਨੂੰ ਮਿਲੀ ਰਹੀ, ਦੁਨੀਆ ਦਾ 20 ਤੋਂ 30% ਜਿਹੜਾ ਕੱਚਾ ਤੇਲ ਆ ਉਸ ਰਾਹ ਥਾਣੀ, ਉਸ ਸਮੁੰਦਰ ਦੇ ਰਸਤੇ ਥਾਣੀ ਜਿਹੜਾ ਉਹ ਜਾਂਦਾ ਆ, ਤੇ ਜੇ ਉਹ ਬੰਦ ਹੋਈ ਤਾਂ ਓਬਵੀਅਸਲੀ ਸਪਲਾਈ ਚੇਨ ਦੇ ਵਿੱਚ ਵੱਡੀ ਜਿਹੜੀ ਦਿੱਕਤ ਆ ਉਹ ਆਵੇਗੀ ਤੇ ਉਸ ਦਾ ਖਾਮਿਆਜ਼ਾ ਸਾਰੇ ਪਾਸੇ ਦੁਨੀਆ ਭਰ ਦੇ ਵਿੱਚ ਇਸ ਨੂੰ ਭੁਗਤਣਾ ਪਊਗਾ। ਜੀ, ਮਾਰਕੀਟਸ ਦੀ ਜਾਂਦੇ-ਜਾਂਦੇ ਜੀ ਫਿਰ ਜੀ, ਜੀ ਤੁਸੀਂ ਗੋ ਹੈਡ ਕਵਰ ਕਰਨੀ ਠੀਕ ਆ, ਨਹੀਂ ਤਾਂ ਜਾਂਦੇ-ਜਾਂਦੇ ਖਬਰ ਸਾਂਝੀ ਕਰਦੇ ਜਾਈਏ। ਜ਼ਰੂਰ। ਤੇ ਜਿਸ ਹਿਸਾਬ ਨਾਲ ਆਪਾਂ ਜਦੋਂ ਸ਼ੁਰੂਆਤ ਕੀਤੀ ਸੀ ਕਹਿੰਦੇ ਵੀ ਬਹਿਰੀਨ ਦੇ ਵਿੱਚ ਵੀ ਜਿਹੜਾ ਯੂਐਸ ਦਾ ਨੇਵੀ ਬੇਸ ਆ, ਉੱਥੇ ਈਰਾਨ ਵਾਲਿਆਂ ਨੇ ਹੁਣ ਅਟੈਕ ਕੀਤਾ ਕੁਛ ਮਿੰਟ ਪਹਿਲਾਂ। ਤੇ ਜਿਹੜੇ ਹੁਣ ਇਹਨਾਂ ਦੇ ਅਲਾਈਡ ਕੰਟਰੀਜ਼ ਹੈਗੇ ਆ, ਸਾਰੇ ਮੁਸਲਮਾਨ ਕੰਟਰੀਜ਼, ਸਾਊਦੀ ਅਰੇਬੀਆ, ਬਹਿਰੀਨ, ਯੂਏਈ, ਉਹ ਹੁਣ ਫਿਕਰ 'ਚ ਆ ਵੀ ਜਿਹੜਾ ਤੁਹਾਡਾ ਸ਼ੀਲਡ ਸੀਗਾ ਉਹ ਕੰਮ ਨਹੀਂ ਕੀਤਾ, ਇਹ ਕੀ ਚੱਕਰ ਹੋਇਆ ਹੈਗਾ। ਸੋ ਉਹਦੇ ਨਾਲ ਸਾਡੀਆਂ ਕੰਟਰੀਆਂ ਜਿਹੜੀਆਂ ਆ ਜੋ ਡਿਫੈਂਸ ਸਿਸਟਮ ਆ ਉਹ ਕੰਮ ਨਹੀਂ ਕਰ ਰਿਹਾ, ਉਹਦੇ ਉੱਤੇ ਬਹੁਤ ਬੁਰਾ ਅਸਰ ਪਊਗਾ। ਸਪੈਨਿਸ਼ ਗਵਰਨਮੈਂਟ ਨੇ ਆਲਰੇਡੀ ਯੂਐਸ ਨੂੰ ਡਿਨਾਈ ਕਰਤਾ ਵੀ ਤੁਸੀਂ ਜਿਹੜਾ ਸਪੇਨ ਦੇ ਵਿੱਚ ਮਿਲਟਰੀ ਬੇਸ ਆ ਉਹ ਯੂਜ਼ ਨਹੀਂ ਕਰ ਸਕਦੇ ਈਰਾਨ ਦੇ ਅਗੇਂਸਟ। ਹਮਲਾ ਉੱਧਰ ਕਰਨ ਲਈ। ਇੱਕ ਖਬਰ ਇਹ ਵੀ ਆ ਰਹੀ ਆ ਵੀ ਨਾਰਥ ਕੋਰੀਆ ਵਾਲਾ ਕਹਿੰਦਾ ਈਰਾਨ ਨੂੰ ਵੀ ਜਿੰਨੀਆਂ ਮਰਜ਼ੀ ਮਿਜ਼ਾਈਲ ਮੇਰੇ ਤੋਂ ਲੈ ਲਓ। ਵੈਸੇ ਤਾਂ ਕਹਿੰਦਾ ਇੱਕੋ ਹੀ ਮਿਜ਼ਾਈਲ ਬਹੁਤ ਆ ਜਿਹਦੇ ਨਾਲ ਪੂਰਾ ਇਜ਼ਰਾਈਲ ਖਤਮ ਹੋ ਸਕਦਾ। ਉਹਦੇ ਨਾਲ ਹੁਣ ਬਹੁਤ ਵਰਲਡ ਲੈਵਲ ਦੇ ਉੱਤੇ ਜਿਹੜਾ ਰਿਐਕਟ ਆ ਹੋ ਰਿਹਾ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਮਸਲਾ ਪਤਾ ਨਹੀਂ ਕਿੱਧਰ ਵੱਲ ਨੂੰ ਕੀ ਵਰਲਡ ਵਾਰ 3 ਦੇ ਜਿਹੜੇ ਅੰਦੇਸ਼ੇ ਆ ਉਹ ਇਸ ਦੇ ਵਿੱਚੋਂ ਝਲਕ ਰਹੇ ਆ। ਇਹ ਸਿਚੁਏਸ਼ਨ ਜਿਹੜੀ ਆ ਇਸ ਟਾਈਮ ਬਣੀ ਪਈ ਆ। ਪਰ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਹੈਗੀ ਆ, ਈਰਾਨ ਇਹ ਨਾ ਕੋਈ ਸੋਚੇ ਵੀ ਅਸੀਂ ਉਸ ਦੀ ਸਪੋਰਟ 'ਚ ਆ ਜਾਂ ਕਿੱਦਾਂ, ਪਰ ਇਹ ਰਿਐਲਿਟੀ ਆ, ਫੈਕਟ ਆ ਵੀ ਈਰਾਨ ਬਹੁਤ ਪੁਰਾਣਾ ਮੁਲਕ ਆ। ਇਹਨਾਂ ਨੇ ਇੱਦਾਂ ਦੀਆਂ ਚੀਜ਼ਾਂ ਬਹੁਤ ਚੀਜ਼ਾਂ ਜਿਹੜੀਆਂ ਉਹ ਦੇਖੀਆਂ ਹੈਗੀਆਂ ਆ। ਕਿਤੇ ਅਮਰੀਕਾ ਇਜ਼ਰਾਈਲ ਦੇ ਆਖੇ ਲੱਗ ਕੇ ਆਪਣੇ ਪੈਰ ਤੇ ਕੁਹਾੜੀ ਤੇ ਨਹੀਂ ਮਾਰਨ ਲੱਗਾ। ਨੋ ਡਾਊਟ ਤੁਹਾਡੇ ਕੋਲ ਹਥਿਆਰ ਅਸਲੇ ਉਹਨਾਂ ਦੇ ਨਾਲੋਂ ਜ਼ਿਆਦਾ ਬੈਟਰ ਨੇ ਤੇ ਵਧੀਆ ਨੇ, ਪਰ ਕੀ ਲੰਮਾ ਸਮਾਂ ਲੜ ਸਕਣਗੇ ਇਹ ਦੇਖਣ ਵਾਲੀ ਗੱਲ ਆ। ਪਹਿਲੇ ਦਿਨ ਹਰਜੋਤ ਸਿੰਘ ਜੀ ਜੋ ਅਮਰੀਕਾ ਨੇ ਹਮਲਾ ਕੀਤਾ ਉਹਦੇ ਵਿੱਚ $780 ਮਿਲੀਅਨ ਦਾ ਖਰਚਾ ਆਇਆ ਇੱਕ ਦਿਨ ਦਾ। ਜਿਹੜੀ ਆ ਇਹ ਐਵਰੀਡੇ ਵੱਧ ਨਹੀਂ ਹੀ ਹੈਗੀ ਆ। ਉਧਰ ਜਿਹੜੇ ਅਰਬ ਦੇ ਗਲਫ ਖਾੜੀ ਦੇ ਜਿਹੜੇ ਮੁਲਕ ਆ ਉਹਨਾਂ ਦੀਆਂ ਜਿਹੜੀਆਂ ਇੰਟਰਸੈਪਟਰ ਮਿਜ਼ਾਈਲਸ ਆ, ਪੇਟਰੀਅਟ ਸਿਸਟਮ ਆ ਜਾਂ ਹੋਰ ਜਿਹੜੇ ਸਿਸਟਮਸ ਨੇ, ਉਹਨਾਂ ਦਾ ਜਿਹੜੀ ਮਿਊਨੀਸ਼ਨਸ ਆ ਉਹ ਮੁੱਕਦੀਆਂ ਜਿਹੜੀਆਂ ਹੋ ਜਾ ਰਹੀਆਂ। ਇਜ਼ਰਾਈਲ ਵਾਲੇ ਵੀ ਅਮਰੀਕਾ ਦੇ ਉੱਤੇ ਡਿਪੈਂਡੈਂਟ ਆ। ਇਹਨਾਂ ਦੇ ਜਿਹੜੇ ਆਇਰਨ ਡੋਮ ਦੀਆਂ ਜਿਹੜੀਆਂ ਮਿਜ਼ਾਈਲਾਂ ਆ, ਜਿਹੜੀਆਂ ਇਹਨਾਂ ਦੀਆਂ ਮਿਜ਼ਾਈਲਾਂ ਮਿਲੀਅਨਸ ਆਫ ਡਾਲਰ ਦੀ ਇੱਕ ਆ, ਉਹ 2-2 3-3 ਲੱਖ ਡਾਲਰ ਵਾਲੀ ਜਿਹੜੀ ਮਿਜ਼ਾਈਲ ਦੇ ਨਾਲ ਉਹਨਾਂ ਦੀਆਂ ਮਿਲੀਅਨਸ ਡਾਲਰ ਵਾਲੀਆਂ ਖਰਚਾ ਜਿਹੜਾ ਉਹ ਈਰਾਨ ਵਾਲੇ ਕਰਵਾਈ ਜਾ ਰਹੇ ਆ। ਈਰਾਨ ਦੇ ਕੋਲ ਆਪਣੀ ਇੰਡਸਟਰੀ ਫੈਕਟਰੀਆਂ ਜਿਹੜੀਆਂ ਉਹ ਬਣੀਆਂ ਪਈਆਂ ਹੈਗੀਆਂ ਆ ਇਹ ਸਾਰੇ ਜਿਹੜੇ ਉਹ ਬਣਾਉਣ ਦੇ ਲਈ। ਸੋ ਲੰਮਾ ਸਮਾਂ ਇਹ ਟਿਕ ਸਕਣਗੇ ਜਾਂ ਨਹੀਂ,
ਇਹ ਹੁਣ ਵੱਡੀ ਜਿਹੜੀ ਇੱਕ ਚਿੰਤਾ ਜਿਹੜੀ ਉਹ ਹੋਊਗੀ ਤੇ ਇਵੈਂਚੁਅਲੀ ਖਰਚਾ ਕਿੰਨਾ ਆਉਣਾ ਆ। ਸੋ ਕਾਲਡ ਸਾਡਾ ਪ੍ਰੈਜ਼ੀਡੈਂਟ ਜਿਹੜਾ ਕਹਿੰਦਾ ਵੀ ਮੈਂ ਪ੍ਰੈਜ਼ੀਡੈਂਟ ਆਫ ਪੀਸ ਆ, ਇਹ ਹੁਣ ਲੜਾਈ ਛੇੜ ਕੇ ਇਜ਼ਰਾਈਲ ਦੀ ਲੜਾਈ ਜਿਹੜੀ ਆ ਉਹ ਇਹਨਾਂ ਵੱਲੋਂ ਲੜੀ ਜਾ ਰਹੀ ਆ। ਅਮਰੀਕੀ ਜਿਹੜੇ ਉਹ ਇਜ਼ਰਾਈਲ ਵਾਲਿਆਂ ਦੇ ਲਈ ਜਿਹੜੇ ਉਹ ਹੁਣ ਮਰ ਰਹੇ ਆ, ਤੇ ਇਹ ਕਿੱਥੇ ਕੁ ਤੱਕ ਜਿਹੜੀ ਉਹ ਗੱਲ ਜਿਹੜੀ ਉਹ ਜਾਊਗੀ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ। ਚਲੋ ਹਾਲ ਦੀ ਘੜੀ ਤਾਂ ਇਹ ਦੇਖਣਾ ਹੀ ਪੈਣਾ ਵੀ ਸਿਚੁਏਸ਼ਨ ਕਿਹੜੇ ਪਾਸੇ ਵੱਲ ਨੂੰ ਹੋਰ ਵੱਧਦੀ ਆ। ਇਰਾਨ ਵਾਲੇ ਤਾਂ ਇਹ ਕਹਿ ਰਹੇ ਆ ਵੀ ਅਸੀਂ ਕਈ ਮਹੀਨੇ ਤੱਕ ਇਹ ਲੜਾਈ ਲੜਨ ਦੇ ਲਈ ਰੈਡੀ ਹੈਗੇ ਆ। ਕਿਹਦੀ ਗੱਲ ਸੱਚੀ ਹੈ ਕਿਹਦੀ ਗੱਲ ਝੂਠੀ ਨਿਕਲੂਗੀ, ਇਹ ਆਉਣ ਵਾਲਾ ਵਕਤ ਹੀ ਦੱਸ ਸਕੇਗਾ। ਬਾਕੀ ਦੁਬਈ ਦੇ ਵਿੱਚ ਗੁਰਦੁਆਰਾ ਗੁਰੂ ਨਾਨਕ ਦਰਬਾਰ ਜੋ ਆ ਉਹ ਵੀ ਬੰਦ ਕਰ ਦਿੱਤਾ ਗਿਆ ਹੈਗਾ। ਕਹਿੰਦੇ ਵੀ ਇਸ ਸਿਚੁਏਸ਼ਨ ਨੂੰ ਦੇਖਦੇ ਹੋਏ ਕਿਉਂਕਿ ਡਰੋਨ ਯੂਜ਼ ਹੋ ਰਹੇ ਆ, ਕਿਸੇ ਦਾ ਨੁਕਸਾਨ ਨਾ ਹੋਵੇ, ਤੇ ਉੱਥੇ ਜਿਹੜਾ ਗੁਰਦੁਆਰਾ ਸਾਹਿਬ ਆ, ਬਹੁਤ ਵੱਡਾ ਗੁਰਦੁਆਰਾ ਸਾਹਿਬ ਆ, ਉਹ ਵੀ ਬੰਦ ਕਰ ਦਿੱਤਾ ਗਿਆ। ਲੇਟੈਸਟ ਖਬਰ ਉੱਥੋਂ ਆ ਰਹੀ ਹੈ ਦੁਬਈ ਤੋਂ। ਮੰਦਿਰ ਵੀ ਹੈਗਾ ਉੱਥੇ, ਉਹ ਵੀ ਕਲੋਜ਼ ਕਰ ਦਿੱਤਾ ਗਿਆ ਹੈਗਾ। ਸੋ ਆਪਾਂ ਸਵੇਰੇ ਵੀ ਸਾਂਝੀ ਕੀਤੀ ਸੀ, ਬਹੁਤ ਸਾਰੇ ਆਪਣੇ ਪੰਜਾਬੀ ਭੈਣ ਭਰਾ ਵੀ ਫਸੇ ਹੋਏ ਹੈਗੇ ਆ, ਕਿਉਂਕਿ ਸਾਰਾ ਏਅਰ ਸਪੇਸ ਬੰਦ ਆ ਉਸ ਏਰੀਏ ਦੇ ਵਿੱਚ। ਉੱਥੇ ਦੀਆਂ ਸਰਕਾਰਾਂ ਨੇ ਇਹ ਕਿਹਾ ਵੀ ਅਸੀਂ ਹੋਟਲ, ਖਾਣ ਪੀਣ ਦਾ ਸਮਾਨ ਸਾਰਿਆਂ ਨੂੰ ਦੇਵਾਂਗੇ, ਪਰ ਜਿੱਥੇ ਜਿਹੜੇ ਡਰੋਨ ਬੰਬ ਸਿੱਟਦੇ ਹੋਣ ਤੇ ਉੱਥੇ ਖਤਰਾ ਕਿੰਨਾ ਹੁੰਦਾ ਵੀ ਪਤਾ ਨਹੀਂ ਕਿਹੜੇ ਵੇਲੇ ਜਿਹੜਾ ਆ ਕੀ ਹੋ ਜਾਣਾ ਹੈਗਾ ਆ। ਸੋ ਆਪਾਂ ਤਾਂ ਸਾਰਿਆਂ ਲਈ ਇਹੀ ਅਰਦਾਸ ਕਰਦੇ ਹਾਂ ਕਿਸੇ ਦਾ ਜਿਹੜਾ ਨੁਕਸਾਨ ਨਾ ਹੋਵੇ, ਸਾਰੇ ਸੇਫ ਰਹਿਣ। ਜੀ ਤੇ ਹਰਜੋਤ ਸਿੰਘ ਜੀ, ਜਾਂਦੇ ਜਾਂਦੇ ਮਾਰਕੀਟਸ ਦਾ ਹਾਲ ਦੱਸ ਜੇ। ਡਾਓ ਜੋਨ ਅੱਜ 73 ਪੁਆਇੰਟ ਘਟ ਕੇ 48,905 ਤੇ ਬੰਦ ਹੋਇਆ। S&P 3 ਪੁਆਇੰਟ ਵੱਧ ਕੇ 6882, ਨੈਸਡੈਕ 81 ਪੁਆਇੰਟ ਵੱਧ ਕੇ 22,749 ਤੇ ਬੰਦ ਹੋਇਆ। ਸੋਨੇ ਦਾ ਭਾਅ 5300 ਤੇ $65 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $72 ਪ੍ਰਤੀ ਬੈਰਲ ਦੇ ਉੱਤੇ ਜਾ ਪਹੁੰਚੀ ਆ। 10 year yield 4.04%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 68,881 ਤੇ ਇਥੀਰੀਅਮ $2009 ਦੇ ਬਰਾਬਰ ਚੱਲ ਰਿਹਾ ਹੈਗਾ ਆ। $1 ਦੇ ਬਰਾਬਰ ਕੈਨੇਡਾ ਦੇ $1.36 ਰਹੇ ਆ। ਪਾਕਿਸਤਾਨ ਦੇ $279 ਤੇ 47 ਪੈਸੇ ਤੇ ਇੰਡੀਆ ਦੇ $91 ਤੇ 61 ਪੈਸੇ। ਜੀ, ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।